ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਤੁਹਾਨੂੰ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀਆਂ ਸਾਖੀਆਂ ਬਾਰੇ ਜਾਣੂ ਕਰਾ ਰਹੇ ਹਾਂ, ਜੋ ਕਿ ਉਹਨਾਂ ਦੀ ਬੁੱਕ ਆਨੰਦ ਸਰੋਵਰ ਜੀਵਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਭਾਗ ਪਹਿਲਾ ਵਿੱਚ ਦਰਜ ਹਨ। ਅੱਜ ਅਸੀਂ ਉਹਨਾਂ ਦੀ ਅਗਲੀ ਸਾਖੀ ਬਾਗਾ ਵਿੱਚ ਅਨੋਖਾ ਗੁਰਦੁਆਰਾ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ। ਬਾਗਾ ਵਿੱਚ ਅਨੋਖਾ ਗੁਰਦੁਆਰਾ। ਬਾਗਾ ਦੇ ਨਗਰ ਅੰਦਰ ਦੋ ਗੁਰਦੁਆਰੇ ਤਾਂ ਹੈ ਹੀ ਸਨ, ਪਰ ਤ੍ਰੈਕਾਲਦਰਸ਼ੀ ਬਾਬਾ ਜੀ ਨੇ ਇੱਕ ਦੋ ਵਾਰੀ ਬਚਨ ਕੀਤਾ ਕਿ ਸਮਾਂ ਸਖਤ ਆਉਣ ਵਾਲਾ ਹੈ, ਇੱਕ ਗੁਰਦੁਆਰਾ ਨਗਰ ਦੇ ਬਾਹਰ ਵੀ ਬਣਾਇਆ ਜਾਵੇ। ਰਮਜ਼ ਨੂੰ ਨਾ ਸਮਝਦੇ ਹੋਏ ਕੁਝ ਸੰਗੀਆਂ ਨੇ ਦੱਬੀ ਜ਼ਬਾਨ ਵਿੱਚ ਕਿੰਤੂ ਵੀ ਕੀਤਾ, ਪਰ ਸਭ ਨੇ ਹੁਕਮ ਤੇ ਫੁੱਲ ਚੜਾਉਣੇ ਹੀ ਉਚਿਤ ਸਮਝੇ। ਬਾਬਾ ਜੀ ਨੇ ਫਰਮਾਇਆ ਕਿ ਇਸ ਵਿੱਚ ਕੋਈ ਲੱਕੜੀ ਦੀ ਚੀਜ਼ ਨਾ ਹੋਵੇ, ਸਭ ਲੋਹੇ ਦੀਆਂ ਹੋਣ। ਅਜਿਹਾ ਵਕਤ ਨਾ ਆ ਜਾਵੇ ਕਿ ਕੋਈ ਅੱਗ ਲਾਉਣ ਦਾ ਯਤਨ ਕਰੇ। ਚਾਰ ਦੀਵਾਰੀ ਵੀ ਕਿਲੇ ਦੀ ਸ਼ਕਲ ਦੀ ਬਣਵਾਈ ਜਾਵੇ, ਉਸ ਦੇ ਚਾਰੋਂ ਪਾਸੇ ਬੁਰਜ ਬਣਵਾਏ ਜਾਣ ਤੇ ਉਹਨਾਂ ਵਿੱਚ ਬੰਦੂਕਾਂ ਵਾਸਤੇ ਮੋਰਚੇ ਰੱਖੇ ਜਾਣ। ਬਾਹਰ ਦਾ ਵੱਡਾ ਫਾਟਕ ਵੀ ਲੋਹੇ ਦਾ ਹੋਵੇ। ਚਾਰ ਦੀਵਾਰੀ ਉੱਤੇ ਕਾਂਟੇਦਾਰ ਤਾਰ ਲੱਗੀ ਹੋਈ ਹੋਵੇ। ਇਸ ਕਿਲੇ ਵਿੱਚ ਕਣਕ ਦਾ ਜ਼ਖੀਰਾ ਇਤਨਾ ਹੋਵੇ ਜੋ ਸਾਲ 2 ਸਾਲ ਖਰਾਬ ਨਾ ਹੋਵੇ। ਦਾਣੇ ਮਿੱਟੀ ਦੇ ਮਟਾਕਿਆਂ ਵਿੱਚ ਰੱਖੇ ਜਾਣ। 2 ਚੱਕੀਆਂ ਆਟਾ ਪੀਣ ਵਾਸਤੇ ਹੋਣ। ਗੁਰਦੁਆਰਾ ਪੱਕਾ ਬਣਾਉਣ ਦੀ ਲੋੜ ਨਹੀਂ, ਪੱਕੇ ਪਾਟ ਜਾਂਦੇ ਹਨ, ਕੱਚਾ ਬਣੇ। 4 ਬੁਰਜ 40 ਫੁੱਟ ਉੱਚੀ ਫਸੀਲ ਰੱਖੀ ਜਾਵੇ। 7 ਇੱਟਾਂ ਦਾ ਚੌੜਾ ਅਸਾਰ ਹੋਵੇ। ਚੌਹਾਂ ਕੋਨਿਆਂ ਤੇ ਬੁਰਜ ਬਣਾਏ ਜਾਣ। ਸੰਗੀਆਂ ਲਈ ਇਹ ਸੁਭਾਵਕ ਸੀ ਕਿ ਬਾਬਾ ਜੀ ਨੂੰ ਇਸ ਗੁਰਦੁਆਰੇ ਦੀ ਇੱਟ ਰੱਖਣ ਲਈ ਬੇਨਤੀ ਕਰੀਏ, ਪਰ ਇਹ ਕੰਮ ਬਾਬਾ ਜੀ ਦੇ ਨਿਯਮਾਂ ਦੇ ਵਿਰੁੱਧ ਸੀ। ਸੋ ਅਸੀਂ ਇੱਕ ਪੱਕੀ ਇੱਟ ਬਾਬਾ ਜੀ ਪਾਸ ਲੈ ਗਏ। ਉਸ ਨੂੰ ਕਰ ਕਮਲਾਂ ਨਾਲ ਛੁਹਾ ਕੇ ਸਾਨੂੰ ਵਾਪਸ ਦੇ ਕੇ ਕਿਹਾ ਕਿ ਅਰਦਾਸਾਂ ਕਰਕੇ ਇਸ ਨੂੰ ਰੱਖ ਦੇਣਾ। ਇੱਕ ਟਾਹਲੀ ਦਾ ਵੱਡਾ ਰੁੱਖ ਉੱਗਿਆ ਹੋਇਆ ਸੀ, ਉਸ ਦੇ ਹੇਠਾਂ ਕੱਚਾ ਥੜਾ ਬਣਵਾਇਆ ਹੋਇਆ ਸੀ। ਇਸ ਪਰ ਹੀ ਬਾਬਾ ਜੀ ਬਿਰਾਜਿਆ ਕਰਦੇ ਸਨ। ਹੁਕਮ ਅਨੁਸਾਰ ਟਾਹਲੀ ਨੂੰ ਵੱਢ ਦਿੱਤਾ ਗਿਆ। ਉੱਥੇ ਹੀ ਬੁਨਿਆਦੀ ਇੱਟ ਰੱਖੀ ਗਈ ਤੇ ਸਰਦਾਰ ਸੰਪੂਰਨ ਸਿੰਘ ਹੋਰਾਂ ਦੀ ਨਿਗਰਾਨੀ ਹੇਠ ਗੁਰਦੁਆਰਾ ਬਣਨਾ ਸ਼ੁਰੂ ਹੋ ਗਿਆ। 15 ਦਿਨਾਂ ਗੁਰਦੁਆਰੇ ਦੀਆਂ ਕੰਧਾਂ ਉਸਰ ਗਈਆਂ ਤੇ ਹੌਲੀ-ਹੌਲੀ ਛੱਤ ਪੈ ਗਈ। ਬਾਕੀ ਇਮਾਰਤ ਬਣਦੀ ਰਹੀ। ਅਗਲੀ ਪੂਰਨਮਾਸ਼ੀ ਤੇ ਆ ਕੇ ਮੈਂ ਸਰਦਾਰ ਜਸਵੰਤ ਸਿੰਘ ਨਾਲ ਕਰਾਚੀ ਗਿਆ ਕਿ ਲੋਹੇ ਦਾ ਦਰਵਾਜ਼ਾ, ਛੋਟੀਆਂ ਚੀਜ਼ਾਂ, ਅਲਮਾਰੀਆਂ, ਰੌਸ਼ਨਦਾਨ ਉੱਥੋਂ ਬਣਵਾਏ ਜਾਣ, ਪਰ ਫਿਰ ਅਸੀਂ ਲਾਹੌਰੋਂ ਜਾ ਕੇ ਬਣਵਾਏ। ਇਸ ਗੁਰਦੁਆਰੇ ਦੀ ਫਸੀਲ ਤੇ ਬੁਰਜ ਹੌਲੀ-ਹੌਲੀ 2 ਵਰ੍ਹੇ ਬਣਦੇ ਰਹੇ। ਜਿਨ੍ਹਾਂ ਦਿਨਾਂ ਵਿੱਚ ਇਹ ਗੁਰਦੁਆਰਾ ਬਣਦਾ ਸੀ ਤਾਂ ਬਾਬਾ ਜੀ ਨੇ ਫਰਮਾਇਆ ਕਿ ਇਹ ਧਰਮ ਦੀ ਧੱਜ ਖੜੀ ਹੋਣੀ ਹੈ। ਕੋਈ ਵਕਤ ਐਸਾ ਆਏਗਾ ਕਿ ਜਿਹੜਾ ਇਸ ਕਿਲੇ ਵਿੱਚ ਆ ਜਾਵੇਗਾ ਉਸ ਨੂੰ ਕੋਈ ਤਕਲੀਫ ਨਹੀਂ ਹੋਵੇਗੀ। ਇਸ ਨਵੀਨ ਗੁਰਦੁਆਰੇ ਦੀ ਮਹਾਨਤਾ ਸੰਬੰਧੀ ਹੋਰ ਗੱਲਾਂ ਪਾਠਕ ਅੱਗੇ ਜਾ ਕੇ ਪੜ੍ਹਨਗੇ। ਇਸ ਫੇਰੀ ਬਾਬਤ ਹੋਰ ਇਤਨਾ ਲਿਖਣਾ ਹੀ ਕਾਫੀ ਹੈ ਕਿ ਪਾਠਾਂ ਦੀ ਲੜੀ ਜਾਰੀ ਰਹੀ, ਇੱਥੋਂ ਤੱਕ ਕਿ ਜਦ ਬਾਗਾ ਤੋਂ ਵਾਪਸ ਨਾਨਕਸਰ ਆਏ ਤਾਂ ਪਾਠਾਂ ਦਾ ਇੱਕ ਹੋਰ ਸਿਲਸਿਲਾ ਆਰੰਭ ਕਰ ਦਿੱਤਾ, ਜਿਸ ਦਾ ਵਰਣਨ ਦੂਜੇ ਭਾਗ ਤੇ ਪੰਨਾ 15 ਤੇ ਆਇਆ ਹੈ। ਇਸ ਤੋਂ ਪਹਿਲਾਂ ਹੋਲੇ ਦੇ ਦਿਨਾਂ ਵਿੱਚ ਭੈਣੀ ਸਾਹਿਬ ਜਾਣ ਦਾ ਵੀ ਪਤਾ ਲੱਗਦਾ ਹੈ। ਇਹ ਨਵੀਂ ਪ੍ਰਕਾਰ ਦੇ ਪਾਠ ਸੰਤ ਲਛਮਣ ਦਾਸ ਦੀ ਨਿਗਰਾਨੀ ਹੇਠਾਂ ਰਖਾ ਕੇ ਬਿਨਾਂ ਕੋਈ ਕੀਰਤਨੀਆ ਜੱਥਾ ਲੈ ਜਾਣ ਜਾਂ ਸੰਗਤ ਨੂੰ ਖਬਰ ਦੱਸਣ ਦੇ ਬਾਬਾ ਜੀ ਹੁਸ਼ਿਆਰਪੁਰ ਵੱਲ ਚਲੇ ਗਏ। ਸਰਦਾਰ ਸੰਪੂਰਨ ਸਿੰਘ ਆਦ ਹੋਰ ਸੰਗੀਆਂ ਨੂੰ ਖਬਰ ਭੇਜ ਕੇ ਮੰਗਵਾਇਆ। ਕੁਝ ਵਕਤ ਸ੍ਰੀ ਗੁਰੂ ਸਿੰਘ ਸਭਾ ਦੇ ਗੁਰਦੁਆਰੇ ਵਿੱਚ ਦਿੱਤਾ। ਬਚਨ ਕਰਦਿਆਂ ਸੰਗਤ ਕੋਲੋਂ ਪੁੱਛਿਆ ਕਿ ਭਾਈ ਜੋਗਾ ਸਿੰਘ ਦੀ ਕੋਈ ਯਾਦਗਾਰ ਇੱਥੇ ਬਣੀ ਹੋਈ ਹੈ। ਸੰਗਤ ਨੇ ਕਿਹਾ ਕਿ ਯਾਦਗਾਰ ਦੱਸੇਗੀ ਕਿ ਸਿੱਖ ਇਤਨਾ ਡਿੱਗ ਸਕਦਾ ਹੈ। ਬਾਬਾ ਜੀ ਹੱਸ ਕੇ, ਭਲਿਓ ਲੋਕੋ, ਇਸ ਨਾਲ ਕੀ ਇਹ ਪਤਾ ਲੱਗੇਗਾ
कि दशमेश जी ने अपने सिख ਲਈ ਕੀ ਕੁਝ ਕੀਤਾ। ਯਾਦਗਾਰ ਨਾਲ ਉਹਨਾਂ ਦੀ ਕਿਤਨੀ ਜੈ ਜੈਕਾਰ ਹੁੰਦੀ ਹੈ। ਜੋ ਗੁਰੂ ਦੀ ਸ਼ੋਭਾ ਹੁੰਦੀ ਹੋਵੇ ਤਾਂ ਕੀ ਇਸ ਲਈ ਨਾ ਕੀਤੀ ਜਾਵੇ ਕਿ ਸਿੱਖ ਦਾ ਪਾਜ ਉਗੜਦਾ ਹੈ। ਜਿੱਥੇ ਗੁਰੂ ਦੀ ਮਹਿਮਾ ਹੁੰਦੀ ਹੋਵੇ ਉਹ ਹਰ ਕੀਮਤ 'ਤੇ ਹੋਣੀ ਚਾਹੀਦੀ ਹੈ। ਹੁਸ਼ਿਆਰਪੁਰ ਦੇ ਨੇੜੇ ਰਹਿੰਦੇ ਨਾਮ ਰਸੀਏ ਸੰਤ ਜਵਾਲਾ ਸਿੰਘ ਜੀ ਨੂੰ ਮਿਲਣਾ ਸੀ। ਪਤਾ ਦੇਣ ਲਈ ਆਪਣੇ ਸੰਗੀਆਂ ਨੂੰ ਉੱਧਰ ਭੇਜਿਆ। ਸਰਦਾਰ ਸੰਪੂਰਨ ਸਿੰਘ ਜੀ ਦੇ ਕਥਨ ਅਨੁਸਾਰ ਜਦ ਅਸੀਂ ਹਰਖੋਵਾਲ ਪੁੱਜੇ ਤਾਂ ਸੰਤ ਜਵਾਲਾ ਸਿੰਘ ਜੀ ਸਤਸੰਗ ਵਿੱਚ ਸਨ। ਸ਼ਾਮ ਦਾ ਵੇਲਾ ਸੀ। ਜੋਗ ਵਿਸ਼ਿਸ਼ਟ ਕਥਾ ਹੋ ਰਹੀ ਸੀ। ਮੇਰੇ ਨਾਲ ਈਸ਼ਰ ਸਿੰਘ ਜੀ ਤੇ ਭਾਈ ਸੁਲੱਖਣ ਸਿੰਘ ਜੀ ਸਨ। ਅਸੀਂ ਜਾ ਕੇ ਸੰਗਤ ਵਿੱਚ ਬੈਠ ਗਏ। ਆਪ ਬਾਬਾ ਜੀ ਮੋਟਰ ਕਾਰ ਵਿੱਚ ਨਦੀ ਦੇ ਕਿਨਾਰੇ ਹੀ ਠਹਿਰੇ। ਜਦ ਭੋਗ ਪਿਆ ਤਾਂ ਸੰਤ ਜਵਾਲਾ ਸਿੰਘ ਜੀ ਨੂੰ ਬਾਬਾ ਜੀ ਦੇ ਆਉਣ ਦਾ ਪਤਾ ਦਿੱਤਾ ਤਾਂ ਉਹ ਆਪ ਪੁੱਜੇ ਤੇ ਰਾਤ ਠਹਿਰਨ ਵਾਸਤੇ ਬੇਨਤੀ ਕੀਤੀ। ਸੰਤ ਜੀ ਤਪੱਸਿਆ ਬਹੁਤ ਕੀਤਾ ਕਰਦੇ ਸਨ ਤੇ ਸਰੀਰਕ ਸਿਹਤ ਦੇ ਧਿਆਨ ਇੰਨਾ ਨਹੀਂ ਰੱਖਦੇ ਸਨ। ਬਾਬਾ ਜੀ ਦੇ ਕੁਝ ਹੋਰ ਵਿਚਾਰ ਸਨ ਜੋ ਮਿਲਣ ਤੇ ਇਉਂ ਬਚਨ ਕੀਤਾ, ਤੁਸੀਂ ਸਰੀਰ ਦਾ ਇਤਨਾ ਖਿਆਲ ਨਹੀਂ ਕਰਦੇ। ਸਰੀਰ ਵਿੱਚ ਵਿਘਨ ਪਵੇ ਤਾਂ ਨਾਮ ਦੀ ਨਿੰਦਿਆ ਹੋ ਜਾਂਦੀ ਹੈ। ਫਿਰ ਬਦਾਮ ਰੋਗਨ ਦੀ ਇੱਕ ਬੋਤਲ ਆਪਣੇ ਸਮਾਨ ਵਿੱਚੋਂ ਮੰਗਾ ਕੇ ਭਾਈ ਸੁਲੱਖਣ ਸਿੰਘ ਨੂੰ ਕਿਹਾ ਕਿ ਉਹ ਸੰਤ ਜੀ ਦਾ ਸਰੀਰ ਚੰਗੀ ਤਰ੍ਹਾਂ ਚੱਸੇ। ਬਾਬਾ ਜੀ ਰਾਤ ਹਰਖੋਵਾਲ ਹੀ ਠਹਿਰੇ ਤੇ ਅਗਲੇ ਦਿਨ ਵਾਪਸ ਆਏ। ਸੰਗਤਾਂ ਨੇ ਬੜਾ ਆਦਰ ਕੀਤਾ। ਇਸ ਹਿੱਤ ਤੇ ਪਰ ਉਪਕਾਰ ਦਾ ਧੰਨਵਾਦ ਕੀਤਾ। ਹੁਸ਼ਿਆਰਪੁਰ ਊਨੇ ਵਾਲੀ ਸੜਕ ਤੇ 2 ਮੀਲ ਤੇ ਜਹਾਨ ਖੇਲਾ ਨਾਮੀ ਇੱਕ ਛੋਟਾ ਜਿਹਾ ਨਗਰ ਸੀ, ਜਿੱਥੋਂ ਦਾ ਮਿਸਤਰੀ ਛੱਜੂ ਰਾਮ ਬਾਬਾ ਜੀ ਨੂੰ ਪਿਆਰ ਕਰਨ ਵਾਲਾ ਸੀ। ਸ਼ਾਇਦ ਇਸ ਕਾਰਨ 9-10 ਦਿਨ ਬਾਬਾ ਜੀ ਜਹਾਨ ਖੇਲਾ ਨੇੜੇ ਠਹਿਰੇ। ਸੰਤ ਜਵਾਲਾ ਸਿੰਘ ਜੀ ਲਗਭਗ ਰੋਜ਼ ਦਰਸ਼ਨਾਂ ਨੂੰ ਆ ਜਾਂਦੇ ਤੇ ਕਈ ਘੰਟੇ ਬਚਨ ਬਿਲਾਸ ਕਰਦੇ ਰਹਿੰਦੇ। ਜਹਾਨ ਖੇਲਾ ਵੀ ਕੋਈ ਚੋਜ ਕਰਦੇ ਰਹੇ। ਸਰਦਾਰ ਸਰਮੁਖ ਸਿੰਘ ਹੋਰਾਂ ਦੀ ਜਵਾਨੀ। ਮੈਂ ਨਾਨਕਸਰ ਹਾਜ਼ਰ ਹੋ ਕੇ ਇੱਕ ਅਖੰਡ ਪਾਠ ਤੇ ਲੰਗਰ ਦੀ ਸੇਵਾ ਲਈ ਬੇਨਤੀ ਕੀਤੀ। ਪ੍ਰਵਾਨਗੀ ਤਾਂ ਮਿਲ ਗਈ, ਪਰ ਭੋਗ ਤੋਂ ਪਹਿਲਾਂ ਹੀ ਬਾਬਾ ਜੀ ਚੁੱਪ ਕੀਤੇ ਹੁਸ਼ਿਆਰਪੁਰ ਆ ਗਏ ਤੇ ਇੱਥੋਂ ਆਣ ਕੇ ਤਾਰ ਰਾਹੀਂ ਮੈਨੂੰ ਬੁਲਾਇਆ। ਜਦ ਮੈਂ ਹਾਜ਼ਰ ਹੋਇਆ ਤਾਂ ਹੱਸ ਕੇ ਫਰਮਾਇਆ, ਲੈ ਹੁਣ ਜਿਹੜਾ ਠਾਠ ਤੇ ਲੰਗਰ ਛਕਾਉਣਾ ਸੀ ਇੱਥੇ ਜਿੰਨਾ ਚਾਹੇ ਛਕਾ ਲੈ, ਤੇਰੇ ਲਈ ਇੱਥੇ ਆ ਗਏ ਹਾਂ। ਮਿਸਤਰੀ ਛੱਜੂ ਰਾਮ ਜੋ ਪ੍ਰਸ਼ਾਦੇ ਦੀ ਸੇਵਾ ਕਰਦਾ ਸੀ ਉਸ ਨੂੰ ਤਾਂ ਰੋਕ ਦਿੱਤਾ, ਇਹ ਕਹਿ ਕੇ ਕਿ ਅਸਾਂ ਅੱਜ ਬਾਹਰ ਜਾਣਾ ਹੈ। ਪਰ ਜਦ ਮੈਂ ਪ੍ਰਸ਼ਾਦਾ ਲਿਆਉਣ ਲਈ ਆਗਿਆ ਮੰਗੀ ਤਾਂ ਮੈਨੂੰ ਵੀ ਰੋਕ ਦਿੱਤਾ ਤੇ ਆਪ ਸੈਰ ਕਰਦੇ ਕਰਦੇ ਇੱਕ ਹੋਰ ਬਗੀਚੇ ਵਿੱਚ ਚਲੇ ਗਏ। ਉੱਥੇ ਜਾ ਕੇ ਮਾਲੀ ਕੋਲੋਂ ਪੁੱਛਿਆ ਕਿ ਇਹ ਬਗੀਚਾ ਕਿਸ ਦਾ ਹੈ। ਮਾਲੀ ਕਹਿਣ ਲੱਗਾ ਕਿ ਇਸ ਦਾ ਮਾਲਕ ਨਾ ਹੀ ਸੰਤ ਸੇਵੀ ਹੈ ਤੇ ਨਾ ਹੀ ਕਿਸੇ ਨੂੰ ਆਓ ਬੈਠੋ ਤੱਕ ਆਖਦਾ ਹੈ। ਬਾਬਾ ਜੀ ਨੇ ਸੁਣੀ ਅਨਸੁਣੀ ਕਰਦਿਆਂ ਸਰਦਾਰ ਸੰਪੂਰਨ ਸਿੰਘ ਹੋਣਾ ਨੂੰ ਕਿਹਾ, ਇਹ ਤਾਂ ਜਗ੍ਹਾ ਹੀ ਇਕਾਂਤ ਦੀ ਹੈ, ਭਜਨ ਚੰਗਾ ਹੋ ਸਕਦਾ ਹੈ। ਇੱਕ ਕੋਠੇ ਵੱਲ ਇਸ਼ਾਰਾ ਕਰਕੇ ਇਹ ਮਹਾਰਾਜ ਦੇ ਪ੍ਰਕਾਸ਼ ਲਈ ਵਰਤਿਆ ਜਾ ਸਕਦਾ ਹੈ। ਜਦ ਬੇਨਤੀ ਕੀਤੀ ਗਈ ਕਿ ਇੱਥੇ ਤਾਂ ਬਹੁਤ ਵੱਡਾ ਖੱਖਰ ਲੱਗਿਆ ਹੋਇਆ ਹੈ ਤਾਂ ਕਹਿਣ ਲੱਗੇ, ਖੱਖਰ ਨੂੰ ਤੋੜਿਆ ਨਹੀਂ ਜਾ ਸਕਦਾ। ਇਸ਼ਾਰਾ ਸਮਝ ਕੇ ਸਰਦਾਰ ਸੰਪੂਰਨ ਸਿੰਘ ਹੋਰਾਂ ਖੱਖਰ ਦੀ ਸਫਾਈ ਸ਼ੁਰੂ ਕਰ ਦਿੱਤੀ। ਉੱਥੇ ਹਟ ਵੀ ਲੱਗਾ ਹੋਇਆ ਸੀ, ਇੱਕ ਚਲਾਬੀ ਬਣਿਆ ਸੀ। ਜਦ ਸੰਗੀ ਉਸ ਨੂੰ ਸਾਫ਼ ਕਰਨ ਲੱਗ ਪਏ ਤਾਂ ਬਾਬਾ ਜੀ ਹੱਸ ਕੇ ਕਹਿਣ ਲੱਗੇ, ਭਾਈ ਜੇ ਕਿਸੇ ਅਫਸਰ ਨੇ ਆਉਣਾ ਹੁੰਦਾ ਤਾਂ ਸਾਰੀ ਚੀਜ਼ ਪਹਿਲਾਂ ਹੀ ਠੀਕ ਕੀਤੀ ਹੁੰਦੀ। ਦਾਸ ਪਾਤਸ਼ਾਹੋ, ਮਹਾਂਪੁਰਖਾਂ ਦੇ ਆਉਣ ਤੋਂ ਪਹਿਲਾਂ ਹਨੇਰਾ ਹੀ ਹੋਇਆ ਕਰਦਾ ਹੈ। ਉਹਨਾਂ ਦੇ ਆਗਮਨ ਦੇ ਪਿੱਛੋਂ ਹੀ ਸ੍ਰਿਸ਼ਟੀ ਨੂੰ ਸੁੱਖ ਮਿਲਦਾ ਹੈ। ਹਾਂ, ਇਹ ਚੁੱਲ੍ਹਾ ਸਾਫ਼ ਹੋ ਗਿਆ ਹੈ, ਹੋਰ ਲੋਕ ਵੀ ਲਾਭ ਉਠਾਉਣਗੇ। ਬਾਬਾ ਜੀ ਇਸ਼ਨਾਨ ਕਰਨ ਉਪਰੰਤ ਭੁੱਖ ਲੱਗੀ ਹੈ,
ਅਸੀਂ ਹੈਰਾਨ ਕਿ ਆਗਿਆ ਤਾਂ ਪ੍ਰਸ਼ਾਦਾ ਲਿਆਉਣ ਦੀ ਮਿਲੀ ਨਹੀਂ, ਕੋਈ ਸਮਾਨ ਇੱਥੇ ਹੈ ਨਹੀਂ, ਸ਼ਹਿਰ ਵੀ 3 ਮੀਲ ਦੂਰ ਹੈ, ਕੀ ਕੀਤਾ ਜਾਵੇ। ਸਾਨੂੰ ਪਰੇਸ਼ਾਨ ਵੇਖ ਕੇ ਬਾਬਾ ਜੀ ਹੱਸ ਪਏ ਤੇ ਫਰਮਾਇਆ, ਤੱਕੋ ਨਾ, ਜੇ ਕਿਸੇ ਰੁੱਖ ਨਾਲ ਕਿਸੇ ਦਾ ਪ੍ਰਸ਼ਾਦਾ ਆਇਆ ਹੋਵੇ ਤਾਂ ਉਸੇ ਨਾਲ ਹੀ ਜਲ ਪਾਣੀ ਕਰ ਲੈਂਦੇ ਹਾਂ। ਹੁਕਮ ਮੰਨ ਅਸੀਂ ਰੁੱਖਾਂ ਦੀ ਭਾਲ ਕੀਤੀ। ਦੂਰ ਜਾ ਕੇ ਇੱਕ ਰੁੱਖ ਨਾਲ ਮੈਲੇ ਜਿਹੇ ਪਰਨੇ ਵਿੱਚ ਕੁਝ ਪ੍ਰਸ਼ਾਦੇ ਬੱਝੇ ਹੋਏ ਸਨ। ਪਰਨੇ ਪਕੜਨ ਤੇ ਪਤਾ ਲੱਗਾ ਕਿ ਕੀੜੀਆਂ ਚੜੀਆਂ ਹੋਈਆਂ ਸਨ। ਕੁਝ ਚਿਰ ਹੀ ਬੱਧੇ ਹੋਣਗੇ। ਖੋਲ੍ਹਣ ਤੇ 3-4 ਪ੍ਰਸ਼ਾਦੇ ਨਿਕਲੇ। ਸਾਨੂੰ ਸਾਰਿਆਂ ਨੂੰ ਥੋੜ੍ਹਾ ਥੋੜ੍ਹਾ ਦੇ ਕੇ ਫਰਮਾਇਆ, ਜਲ ਪਾਣੀ ਕਰ ਲਓ, ਹੁਣੇ ਹੋਰ ਬਹੁਤ ਪ੍ਰਸ਼ਾਦਾ ਆ ਜਾਵੇਗਾ। ਆਪ ਤਾਂ ਕੁਝ ਨਾ ਛਕਿਆ, ਭਾਵੇਂ ਆਪਣੇ ਮਾਤਰ ਭੁੱਖ ਆਪ ਨੂੰ ਹੀ ਲੱਗੀ ਹੋਈ ਸੀ। ਇੰਨੇ ਚਿਰ ਵਿੱਚ ਭਾਈ ਸੁਲੱਖਣ ਸਿੰਘ, ਜੋ ਨਾਲ ਦੇ ਪਿੰਡ ਵੱਲ ਚੱਲ ਪਿਆ ਸੀ, ਮੱਖਣ ਵਾਲੀ ਲੱਸੀ ਲੈ ਕੇ ਆ ਗਿਆ ਤੇ ਕਹਿਣ ਲੱਗਾ ਕਿ ਪਿੰਡ ਵਾਲੇ ਆਖਦੇ ਹਨ ਕਿ ਬਾਗੜ ਵਾਲਾ ਕਿਸੇ ਸੰਤ ਮਹਾਤਮਾ ਨੂੰ ਬਾਗੜ ਵਿੱਚ ਰਹਿਣ ਨਹੀਂ ਦਿੰਦਾ, ਸੇਵਾ ਤਾਂ ਕੀ ਕਰਨੀ ਸੂ। ਬਾਬਾ ਜੀ, ਘਬਰਾਓ ਨਾ ਭਾਈ, ਗੁਰੂ ਨਾਨਕ ਦੇ ਰੰਗ ਵੇਖੋ, ਕਿਉਂ ਕਿਸੇ ਨੂੰ ਮਾੜਾ ਆਖਦੇ ਹੋ। ਥੋੜੇ ਚਿਰ ਹੀ ਪਿੱਛੋਂ ਹੀ ਬਾਗ ਵਾਲਾ ਨੌਕਰ ਦੇ ਸਿਰ ਤੇ ਕਈ ਤਰ੍ਹਾਂ ਦੇ ਭੋਜਨ ਥਾਲ ਵਿੱਚ ਪਾ ਕੇ ਆ ਹਾਜ਼ਰ ਹੋਇਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਮਹਾਰਾਜ, ਮੈਨੂੰ ਪਤਾ ਲੱਗਾ ਸੀ ਕਿ ਬਾਗ ਵਿੱਚ ਕੋਈ ਮਹਾਂਪੁਰਖ ਪਧਾਰੇ ਹਨ, ਇਹ ਪ੍ਰਸ਼ਾਦੇ ਦੀ ਸੇਵਾ ਪ੍ਰਵਾਨ ਕਰੋ। ਬਾਬਾ ਜੀ ਉਸ ਦੀ ਸ਼ੋਅ ਦੇ ਟਾਕਰੇ ਤੇ ਉਸ ਦੀ ਦਸ਼ਾ ਵੇਖ ਕੇ ਤਾਂ ਪ੍ਰਸੰਨ ਹੋ ਕੇ, ਜੀ ਆਇਆਂ ਨੂੰ, ਫਿਰ ਸਾਡੇ ਵੱਲ ਵੇਖ ਕੇ, ਲੋ ਭਾਈ ਛਕ ਲਓ। ਹੁਕਮ ਮੰਨ ਅਸੀਂ ਸਭ ਨੇ ਛਕਿਆ। ਬਾਬਾ ਜੀ ਨੇ ਆਪ ਵੀ ਰਸਨਾ ਲਾਇਕ ਕੀਤਾ। ਬਾਗ ਦੇ ਮਾਲਕ ਨੂੰ ਖੁਸ਼ੀਆਂ ਦੇ ਵਿਦਾ ਕੀਤਾ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਹੁਣ ਹੋਰ ਕੋਈ ਸ਼ੈ ਨਹੀਂ ਲਿਆਉਣੀ। ਉਹ ਰਾਤ ਉੱਥੇ ਹੀ ਟਿਕਾਣਾ ਕੀਤਾ। ਅਗਲੇ ਦਿਨ ਸਰਦਾਰ ਸਰਮੁਖ ਸਿੰਘ ਹੋਰਾਂ ਵੱਲੋਂ ਤਿਆਰ ਕਰਕੇ ਲਿਆਂਦੇ ਪ੍ਰਸ਼ਾਦੇ ਸੰਬੰਧੀ ਜੋ ਅਦਭੁਤ ਬਚਨ ਹੋਏ, ਉਹਨਾਂ ਦਾ ਵਰਣਨ ਇੱਕ ਹੋਰ ਥਾਂ ਕੀਤਾ ਗਿਆ ਹੈ। ਅਗਲੇ ਦਿਨ ਮਿਸਤਰੀ ਛੱਜੂ ਰਾਮ ਭਾਲ ਕਰਦਾ ਕਰਦਾ ਉੱਥੇ ਪੁੱਜ ਗਿਆ ਤੇ ਬੇਨਤੀ ਕਰ ਆਪਣੀ ਬਗੀਚੀ ਵਿੱਚ ਲੈ ਗਿਆ। ਉਸਨੇ ਆਪਣੇ ਚੌਬਾਰੇ ਵਿੱਚ ਧਰਮ ਪੁਸਤਕਾਂ ਰੱਖੀਆਂ ਹੋਈਆਂ ਸਨ। ਉੱਥੇ ਬਾਬਾ ਜੀ ਦਾ ਆਸਣ ਲਵਾਇਆ ਤੇ ਗੁਟਕਿਆਂ ਵਿੱਚੋਂ ਵਾਕ ਲਿਆ ਤੇ ਫੇਰ ਸਰਦਾਰ ਸਰਮੁਖ ਸਿੰਘ ਕੋਲੋਂ ਜਲੰਧਰ ਪਿਆ ਹੋਇਆ ਇੱਕ ਮਿਰਗਾਨ ਮੰਗਵਾ ਛੱਜੂ ਰਾਮ ਨੂੰ ਦੇਖ ਕੇ ਕਿਹਾ, ਲੈ ਭਾਈ, ਇਹ ਧਾਰਮਿਕ ਸਥਾਨ ਤੇ ਰੱਖਣ ਯੋਗ ਹੈ, ਸਾਡੀ ਯਾਦਗਾਰ ਵਿੱਚ ਇਸ ਨੂੰ ਸੰਭਾਲ ਕੇ ਰੱਖਣਾ। ਇਹ ਅਵਸਰ ਤੇ ਹੀ ਹੁਸ਼ਿਆਰਪੁਰ ਨਿਵਾਸੀ ਤੇ ਨਾਮ ਅਭਿਆਸੀ ਗੁਰਮੁਖ ਡਾਕਟਰ ਲਾਲ ਸਿੰਘ ਹੋਰਾਂ ਨਾਲ ਵੀ ਬਚਨ ਹੋਈ। ਇਹ ਨਿਰਗੁਣ ਦੇ ਉਪਾਸ਼ਕ ਸਨ। ਬਾਬਾ ਜੀ ਨੇ ਇਹਨਾਂ ਨੂੰ ਦੱਸਿਆ ਕਿ ਸ਼ਕਤੀ ਤਾਂ ਸਭ ਪਾਸੇ ਨਿਰਗੁਣ ਦੀ ਕੰਮ ਕਰਦੀ ਹੈ, ਪੱਕ ਕਰਦੀ ਹੈ, ਸਰਗੁਣ ਦਾ ਰੂਪ ਧਾਰ ਕੇ। ਇਸ ਲਈ ਧਿਆਨ ਸਰਗੁਣ ਦਾ ਧਰਨਾ ਚਾਹੀਦਾ ਹੈ। ਇਸ ਤਰ੍ਹਾਂ ਕਈਆਂ ਨੂੰ ਸੁਧਾਰਦੇ, ਕਈਆਂ ਨੂੰ ਉਧਾਰਦੇ, ਕਈਆਂ ਨੂੰ ਨਿਵਾਜਦੇ, ਕਈਆਂ ਨੂੰ ਸੰਗੀ ਸੇਵਕ ਬਣਾਉਂਦੇ ਬਾਬਾ ਜੀ 9-10 ਦਿਨਾਂ ਪਿੱਛੋਂ ਨਾਨਕਸਰ ਠਾਠ ਤੇ ਆ ਗਏ ਤੇ ਦਰਸ਼ਨਾਂ ਲਈ ਸਿੱਖਦੇ ਸੰਗੀਆਂ ਦੇ ਹਿਰਦਿਆਂ ਨੂੰ ਠੰਡ ਪਾਈ। ਇੱਥੋਂ ਕੁਝ ਦਿਨਾਂ ਪਿੱਛੋਂ ਵਿਸਾਖੀ ਸਨ 1937 ਦੇ ਪੁਰਬ ਲਈ ਦਮਦਮੇ ਸਾਹਿਬ ਪਧਾਰੇ। ਭਾਈ ਰਤਨ ਸਿੰਘ ਜੀ ਅਨੁਸਾਰ ਇਸ ਵੇਰੀ ਰਿਆਸਤ ਵੱਲੋਂ ਮੇਲੇ ਤੋਂ ਆਉਂਦੀਆਂ ਜਾਂਦੀਆਂ ਕਾਰਾਂ, ਲਾਰੀਆਂ ਤੇ ਟੋਲ ਟੈਕਸ ਲੱਗ ਗਿਆ। ਇਹ ਇੱਕ ਅਨੁਚਿਤ ਪਾਬੰਦੀ ਸੀ, ਖਾਸ ਕਰਕੇ ਇੱਕ ਧਰਮ ਸਥਾਨ ਤੇ ਸਦੀਆਂ ਤੋਂ ਲੱਗ ਰਹੇ ਸਮਾਗਮ ਉੱਤੇ। ਬਾਬਾ ਜੀ ਸਾਨੂੰ ਕਹਿਣ ਲੱਗੇ ਕਿ ਪੈਸਾ ਇੱਕ ਨਾ ਦਿਓ, ਬੇਸ਼ੱਕ ਜੇਲ੍ਹ ਵਿੱਚ ਜਾਓ। ਸਾਨੂੰ ਘੱਟੋ ਘੱਟ 2 ਵਾਰੀ ਦਿਹਾੜੀ ਵਿੱਚ ਆਪਣੇ ਡੇਰੇ ਤੋਂ ਗੁਰਦੁਆਰਾ ਸਾਹਿਬ ਵੱਲ ਜਾਣਾ ਆਉਣਾ ਹੈ। ਇਸ ਮਾਮਲੇ ਵਿੱਚ ਦਖਲ ਦੇਣ ਦੇ ਥਾਣੇਦਾਰ ਨੂੰ ਤਾਂ ਜ਼ਰੂਰਤ ਨਾ ਪਈ। ਸੋ ਉਹ ਪੁਲਿਸ ਕਪਤਾਨ ਨੂੰ ਲਿਆਇਆ। ਪੁਲਿਸ ਕਪਤਾਨ ਸਰਦਾਰ ਭਗਵਾਨ ਸਿੰਘ ਰੇਤਗੜੀਆ ਸੀ।
ਪਹਿਲਾਂ ਸਾਨੂੰ ਤਾਂ ਉਸਨੇ ਕਿਹਾ ਕਿ ਪੈਸੇ ਦੇਣੇ ਲੱਗਣਗੇ, ਪਰ ਵਿੱਚੋਂ ਹੀ ਜਦ ਉਸ ਨੂੰ ਕਿਸੇ ਦੱਸਿਆ ਕਿ ਇਹ ਸੱਤਿਆਗ੍ਰਹਿ ਦੇ ਪਿੱਛੇ ਤਾਂ ਕਲੇਰਾਂ ਵਾਲੇ ਸੰਤ ਹਨ, ਤਾਂ ਕਪਤਾਨ ਸਾਹਿਬ ਸੋਚੀ ਪੈ ਗਏ। ਕਹਿਣ ਲੱਗੇ ਕਿ ਕੰਮ ਕਸੂਤਾ ਹੈ, ਪਰ ਤੁਸੀਂ ਰੌਲਾ ਨਾ ਪਾਣਾ, ਸਾਨੂੰ ਬਿਨਾਂ ਵਸੂਲੀ ਦੇ ਜਾਣ ਦਿੱਤਾ ਗਿਆ। ਵਿਸਾਖੀ ਦੇ ਪੁਰਬ ਤੋਂ ਅਗਲੇ ਦਿਨ ਮਹੱਲਾ ਚੜ੍ਹਦਾ ਹੈ। ਇਸ ਨੂੰ ਆਮ ਬੋਲ ਵਿੱਚ ਹੋਲਾ ਮਹੱਲਾ ਕਹਿੰਦੇ ਹਨ। ਇਸ ਦਿਨ ਬਾਹਰੋਂ ਆਏ ਮਹਾਤਮਾਵਾਂ ਦੇ ਗੁਰਦੁਆਰਾ ਜੰਡਸਰ ਤੇ ਪਰਸਪਰ ਆਤਮ ਵਿਚਾਰ ਵੀ ਹੁੰਦੀ, ਜਿਸ ਨੂੰ ਗਿਆਨ ਗੋਦੜੀ ਕਹਿੰਦੇ ਸਨ। ਇਸ ਸੰਬੰਧੀ ਬਾਬਾ ਜੀ ਨੇ ਫਰਮਾਇਆ ਕਿ ਸਾਧੂ ਤਾਂ ਹਜ਼ਾਰਾਂ ਹਨ, ਪਰ ਪ੍ਰਾਪਤੀ ਵਾਲਾ ਤਾਂ ਕੋਈ ਮਾਲੂਮ ਨਹੀਂ ਹੁੰਦਾ। ਚਿਲਮਾ ਪੀਣ ਵਾਲੇ ਸਾਧੂ ਹਨ, ਕੋਈ ਧਾਗੇ ਤਵੀਤ ਲਿਖ ਰਿਹਾ ਹੈ, ਕੋਈ ਕੁਝ ਪਖੰਡ ਰਚ ਰਿਹਾ ਹੈ। ਆਪਣੀ ਰਹੁ ਰੀਤੀ ਅਨੁਸਾਰ ਲਹਿਰੇ ਵੀ ਦਰਸ਼ਨ ਕਰਨ ਨੂੰ ਗਏ, ਜਿਵੇਂ ਕਿ ਕਿਸੇ ਹੋਰ ਥਾਂ ਦੱਸਿਆ ਗਿਆ ਹੈ। ਜਾਂ ਤਾਂ ਨਹਿਰ ਦੇ ਸੂਏ ਦੇ ਕੰਢੇ ਇੱਕ ਤੰਬੋਟੀ ਲਾ ਲੈਣੀ, ਜਾਂ ਰੇਲਵੇ ਲਾਈਨ ਦੇ ਨਾਲ ਇੱਕ ਉਜੜੇ ਹੋਏ ਕੁਆਟਰ ਤੇ ਡੇਰਾ ਕਰ ਲੈਣਾ। ਇਸ ਕੁਆਟਰ ਦੇ ਇਰਦ ਗਿਰਦ ਕਈ ਰੁੱਖ ਹਨ ਤੇ ਜਲ ਲਈ ਖੂਹੀ ਵੀ ਹੈ। ਲਗਭਗ ਇਸੇ ਅਵਸਰ ਦੀ ਗੱਲ ਹੈ ਕਿ ਬਾਬਾ ਜੀ ਦੇ ਸੁੱਖ ਵਾਸਤੇ ਸਰਦਾਰ ਸਰੈਣ ਸਿੰਘ ਹੋਰਾਂ ਬਰਫ਼ ਦੀ ਇੱਕ ਵੱਡੀ ਸਿੱਲ ਬਠਿੰਡੇ ਤੋਂ ਗੱਡੀ ਵਿੱਚ ਲੈ ਆਂਦੀ, ਪਰ ਇਹ ਥਾਂ ਦੋਹਾਂ ਸਟੇਸ਼ਨਾਂ ਦੇ ਵਿਚਕਾਰ ਸੀ, ਸੋ ਲਿਆਉਣ ਲਈ ਕੁਝ ਹੋਰ ਪ੍ਰਬੰਧ ਕਰਨ ਦੀ ਬਜਾਏ ਜਦ ਗੱਡੀ ਕੋਲੋਂ ਦੀ ਲੰਘਣ ਲੱਗੀ, ਸਿੱਲ ਨੂੰ ਬਾਹਰ ਵਗਾ ਮਾਰਿਆ, ਜੋ ਲਾਈਨ ਕੋਲ ਖੜੋਤੇ ਸੰਗੀਆਂ ਨੇ ਚੁੱਕ ਲਈ। ਬਾਬਾ ਜੀ ਇਸ ਵਿਉਂਤ ਨੂੰ ਵੇਖ ਕੇ ਬੜੇ ਪ੍ਰਸੰਨ ਹੋਏ। ਮਈ ਜੂਨ ਦੇ ਮਹੀਨਿਆਂ ਵਿੱਚ ਸਲੋਗੜੇ ਵੀ ਫਿਰ ਫੇਰਾ ਮਾਰਿਆ। ਜਿਵੇਂ ਕਿ ਹੋਰ ਥਾਂ ਦਿੱਤੀ ਵਾਰਤਾ ਤੋਂ ਪਤਾ ਲੱਗਦਾ ਹੈ, ਸੇਵਾ ਬਹੁਤੀ ਸਰਦਾਰ ਬਸ਼ੇਸ਼ਰ ਸਿੰਘ ਹੋਰਾਂ ਦੀ ਸੀ। ਉੱਥੋਂ ਵਾਪਸੀ ਤੇ ਬਾਕੀ ਗਰਮੀ ਦੇ ਦਿਨ ਠਾਠ ਤੇ ਕੱਟੇ। ਇੱਥੇ ਸੰਤ ਮਨੀ ਸਿੰਘ ਜੀ ਆਪਣੇ ਜੱਥੇ ਸਮੇਤ ਦਰਸ਼ਨਾਂ ਨੂੰ ਆਏ। ਸੁਖਮਨੀ ਸਾਹਿਬ ਵਾਲੇ ਸਥਾਨ ਅੱਗੇ ਕੀਰਤਨ ਕੀਤਾ ਸ਼ਬਦ ਮੇਰਾ ਮਨ ਲੋਚੇ ਗੁਰਦਰਸ਼ਨ ਤਾਈ ਵਾਲਾ ਪੜ੍ਹਦਿਆਂ ਉਹਨਾਂ ਨੇ ਜਲ ਮੰਗਿਆ। ਸੇਵਾਦਾਰ ਜਲ ਲੈਣ ਗਿਆ, ਪਰ ਕਿਤੋਂ ਪ੍ਰਾਪਤ ਨਾ ਹੋਇਆ ਤੇ ਆਣ ਕੇ ਖੜੋ ਗਿਆ। ਉਹਨਾਂ ਫਿਰ ਜਲ ਮੰਗਿਆ। ਬਾਬਾ ਜੀ ਸਮਾਧੀ ਸਥਿਤ ਸਨ। ਸਮਾਧੀ ਖੋਲ ਬਚਨ ਕੀਤਾ ਕਿ ਜਲ ਛਕਾਓ ਭਾਈ। ਛਕਾਉਂਦੇ ਕਿਉਂ ਨਹੀਂ? ਸੇਵਾਦਾਰ ਫਿਰ ਗਿਆ, ਉਸੇ ਤਰ੍ਹਾਂ ਵਾਪਸ ਮੁੜ ਆਇਆ। ਤੀਜੀ ਵੇਰੀ ਜਲ ਫੇਰ ਮੰਗਿਆ ਗਿਆ ਤਾਂ ਬਾਬਾ ਜੀ ਨੇ ਬਚਨ ਕੀਤਾ ਜਲ ਛਕਾਓ। ਸੇਵਾਦਾਰ ਨੇ ਹੱਥ ਜੋੜ ਦਿੱਤੇ, ਪਰ ਕਿਹਾ ਕੁਝ ਨਹੀਂ। ਉਹਨਾਂ ਦਿਨਾਂ ਵਿੱਚ ਇੱਕ ਛੋਟੀ ਹਲਟੀ ਲੱਗੀ ਹੋਈ ਸੀ, ਪਰ ਇਤਫਾਕਨ ਉਸ ਵੇਲੇ ਮਾਲ ਵਿੱਚ ਡਿੱਗੀ ਪਈ ਸੀ। ਆਪਣੀ ਸ਼ਕਤੀ ਦਿਖਾਉਣ ਵਾਸਤੇ ਇਹ ਕਰਤੱਵ ਸੰਤ ਮਨੀ ਸਿੰਘ ਜੀ ਨੇ ਕੀਤਾ ਦੱਸਿਆ ਜਾਂਦਾ ਹੈ। ਬਾਬਾ ਜੀ ਨੇ ਫਰਮਾਇਆ, ਸਾਡੇ ਭੋਰੇ ਵਿੱਚ ਗੰਗਾ ਸਾਗਰ ਹੈ, ਉਸ ਕੋਲ ਇੱਕ ਮਿਸਰੀ ਦੀ ਡਲੀ ਵੀ ਪਈ ਹੋਈ ਹੈ, ਉਸ ਦਾ ਮਿੱਠਾ ਜਲ ਕਰਕੇ ਛਕਾ ਦਿਓ। ਖੈਰ, ਸੇਵਾਦਾਰ ਗੰਗਾ ਸਾਗਰ ਲੈ ਆਇਆ ਤੇ ਸੰਤ ਮਨੀ ਸਿੰਘ ਹੋਰਾਂ ਓਕ ਨਾਲ ਹੀ ਜਲ ਛਕਿਆ, ਪਰ ਛਕਣ ਲੱਗਿਆਂ ਬਹੁਤ ਹੀ ਸਾਰਾ ਜਲ ਡੁੱਲ ਗਿਆ। ਗੰਗਾ ਸਾਗਰ ਢੱਕਣ ਵਾਲਾ ਸੀ ਤੇ ਚਮਕਦਾ ਸੀ। ਕੀਰਤਨ ਦੀ ਸਮਾਪਤੀ ਪਿੱਛੋਂ ਸੰਤ ਮਨੀ ਸਿੰਘ ਹੋਰਾਂ ਨੇ ਗੰਗਾ ਸਾਗਰ ਵੇਖਣ ਦੀ ਇੱਛਾ ਪ੍ਰਗਟ ਕੀਤੀ, ਜਿਸ ਪਰ ਬਾਬਾ ਜੀ ਫਰਮਾਨ ਲੱਗੇ, ਇਹਨਾਂ ਗੱਲਾਂ ਵਿੱਚ ਕੀ ਹੈ? ਗੁਰੂ ਨਾਨਕ ਦੇ ਘਰ ਵਿੱਚ ਕੋਈ ਕਮੀ ਨਹੀਂ। ਬਹੁਤ ਕਹਿਣ ਤੇ ਗੰਗਾ ਸਾਗਰ ਵਿਖਾ ਦਿੱਤਾ। ਗੰਗਾ ਸਾਗਰ ਡਕਾ ਡਕ ਭਰਿਆ ਹੋਇਆ ਸੀ। ਬਾਬਾ ਜੀ ਫਰਮਾਨ ਲੱਗੇ, ਸਮਾਂ ਆ ਗਿਆ ਹੈ ਕਿ ਇੱਕ ਹੀ ਚੀਜ਼ ਮਿਲ ਸਕਦੀ ਹੈ ਜਿਹੜੀ ਚਾਹੋ, ਲੋਕ ਜਾਂ ਪਰਲੋਕ। ਪਰਲੋਕ ਦੀ ਇੱਛਾ ਹੈ। ਸੰਤ ਮਨੀ ਸਿੰਘ ਜੀ ਨੇ ਉੱਤਰ ਦਿੱਤਾ, ਤਾਂ ਇਹ ਰਿੱਧੀ ਸਿੱਧੀ ਕਰਨੀ ਛੱਡ ਦਿਓ। ਬਾਬਾ ਜੀ ਨੇ ਸਮਝਾਇਆ। ਸੰਤ ਮਨੀ ਸਿੰਘ ਜੀ ਦੇ 7 ਬਚਨ ਕਰਨ ਤੇ ਬਾਬਾ ਜੀ ਮਹਾਰਾਜ ਨੇ ਖੁਸ਼ੀਆਂ ਦਿੱਤੀਆਂ ਤੇ ਆਗਿਆ ਲੈ ਉਹ ਫੇਰ ਚਲੇ ਗਏ। ਅਗਸਤ ਦੇ ਮਹੀਨੇ ਵਿੱਚ ਦਿੱਲੀ ਦੀ ਸੰਗਤ ਨੂੰ ਫਿਰ ਸਮਾਂ ਦਿੱਤਾ। ਇਸ ਵੇਰੀ ਖੂਨੀ ਨਾਲੇ ਤੋਂ ਉਤਾਂਹ
ਊਸ਼ਾ ਇੰਸਟੀਚਿਊਟ ਵੱਲ, ਜਿੱਥੇ ਵਾਇਰਲੈਸ ਦੇ ਖੰਭੇ ਲੱਗੇ ਹੋਏ ਸਨ, ਟੀਨਾ ਦੇ ਛੱਪਰਾਂ ਹੇਠ ਟਿਕਾਣਾ ਕੀਤਾ। ਦਿਨੇ ਇੱਕ ਗੁਫਾ ਵਿੱਚ ਭਜਨ ਕਰਨ ਲਈ ਚਲੇ ਜਾਂਦੇ। ਇਸ ਸਮੇਂ ਵਿੱਚ ਹੀ ਸਰਦਾਰ ਦਲੀਪ ਸਿੰਘ ਇੰਜੀਨੀਅਰ ਕਿਵੇਂ ਚਰਨੀ ਲੱਗੇ, ਉਹਨਾਂ ਦਾ ਬਚਿੱਤਰ ਹਾਲ ਹੱਡਬੀਤੀਆਂ ਵਿੱਚ ਹੈ। ਇਸ ਦੌਰੇ ਦਾ ਹੋਰ ਹਾਲ ਹਾਲੀ ਤੱਕ ਪਤਾ ਨਹੀਂ ਲੱਗ ਸਕਿਆ। ਜਦ ਇੱਥੋਂ ਆਸਨ ਚੁੱਕਿਆ ਤਾਂ ਦਿੱਲੀ ਦੇ ਵੱਡੇ ਸਟੇਸ਼ਨ ਤੋਂ ਗੱਡੀ ਚੜ੍ਹਨ ਦੀ ਥਾਂ ਰੋਹਤਕ ਤੋਂ ਜਾ ਪਕੜੀ। ਇਸ ਦਾ ਕਾਰਨ ਤਾਂ ਇੱਕ ਘਟਨਾ ਤੋਂ ਪਤਾ ਲੱਗਦਾ ਹੈ, ਜਿਸ ਦਾ ਵਰਣਨ ਹੋਰ ਥਾਂ ਆ ਚੁੱਕਿਆ ਹੈ, ਪਰ ਹੋਰ ਵੀ ਹੋਵੇਗਾ। ਇਸ ਸਫ਼ਰ ਵਿੱਚ ਵਾਪਰੀਆਂ ਘਟਨਾਵਾਂ ਦਾ ਸੁਆਦਲਾ ਜ਼ਿਕਰ 5ਵੇਂ ਭਾਗ ਵਿੱਚ ਆਉਣ ਕਰਕੇ ਇੱਥੇ ਨਹੀਂ ਲਿਖਿਆ ਜਾਂਦਾ, ਪਰ ਹਾਂ, ਮੋੜ ਦੇ ਸਟੇਸ਼ਨ ਤੋਂ ਉਤਰ ਕੇ ਬਾਬਾ ਜੀ ਨੇ ਨੇੜੇ ਪੈਂਦੇ ਦਮਦਮੇ ਸਾਹਿਬ ਦੇ ਦਰਸ਼ਨ ਵੀ ਜ਼ਰੂਰ ਕਰਨੇ ਸਨ। ਸੋ ਦਰਸ਼ਨ ਮੇਲਾ ਕਰਕੇ ਉਸੇ ਲਾਈਨ ਦੁਆਰਾ ਮਾੜੀ ਇੰਡਸ ਦੀ ਗੱਡੀ ਵਿੱਚ ਝੰਗ ਮਗਿਆਣੇ ਉਤਰ ਕੇ ਭਿੜਕੀ ਦੇ ਠਾਠ 'ਤੇ ਆ ਪੁੱਜੇ ਤੇ ਇਹ ਸਰਦੀਆਂ ਦੀ ਰੁੱਤ ਆਪਣੀ ਰੀਤ ਅਨੁਸਾਰ ਇਸੇ ਪਾਸੇ ਹੀ ਬਤੀਤ ਕੀਤੀ। ਭਾਈ ਮੱਲ ਸਿੰਘ ਬਿਹੰਗਮ ਦੇ ਕਥਨ ਅਨੁਸਾਰ ਇਸ ਵੇਰੀ ਜਦ ਮਾਲਵੇ ਦੀ ਸੰਗਤ ਬਾਬਾ ਜੀ ਦੇ ਦਰਸ਼ਨਾਂ ਨੂੰ ਆਈ ਤਾਂ ਬਾਬਾ ਜੀ ਫੁਰਮਾਨ ਲੱਗੇ, ਭਾਈ ਕਹਿੰਦੇ ਹਨ ਇੱਥੇ ਹੀਰ ਦੀ ਕਬਰ ਹੈ, ਜਾਓ ਉਸ ਨੂੰ ਵੇਖ ਆਓ। ਅਸੀਂ ਤੁਹਾਡੇ ਦਰਸ਼ਨ ਕਰਨ ਲਈ ਆਏ ਹਾਂ, ਅਸੀਂ ਹੀਰ ਕੋਲੋਂ ਕੀ ਲੈਣਾ ਹੈ, ਸਭਨਾਂ ਨੇ ਬੇਨਤੀ ਕੀਤੀ। ਬਾਬਾ ਜੀ ਬੜੇ ਸੱਚੇ ਆਸ਼ਿਕ ਹੋਏ ਹਨ, ਕਹਿੰਦੇ ਹਨ ਉਸ ਦੀ ਕਬਰ 'ਤੇ ਮੀਂਹ ਨਹੀਂ ਪੈਂਦਾ। ਸਾਨੂੰ ਤੁਹਾਡੇ ਦਰਸ਼ਨ ਹੀ ਚਾਹੀਦੇ ਹਨ। ਬਾਬਾ ਜੀ, ਅੱਜ ਤੋਂ 35 ਵਰ੍ਹੇ ਹੋਏ ਹਨ ਜਦੋਂ ਅਸੀਂ ਇੱਧਰ ਪਹਿਲੀ ਵੇਰੀ ਆਏ ਸਾਂ। ਉਦੋਂ ਖਿਆਲ ਸੀ ਕਿ ਇੱਥੇ ਤਾਂ ਬੜੇ ਆਸ਼ਿਕ ਹੋਏ ਹਨ, ਇੱਥੇ ਸਾਨੂੰ ਕਿਸ ਨੇ ਪੁੱਛਣਾ ਹੈ, ਪਰ ਅੱਜ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਜੰਗਲ ਵਿੱਚ ਮੰਗਲ ਹੋ ਰਿਹਾ ਹੈ। ਇਹਨਾਂ ਮਹੀਨਿਆਂ ਵਿੱਚ ਕਈ ਘਟਨਾਵਾਂ ਹੋਈਆਂ ਹੋਣਗੀਆਂ, ਪਰ ਵਿਸ਼ੇਸ਼ ਤੌਰ 'ਤੇ ਅਖੰਡ ਪਾਠਾਂ ਦੀ ਉਹ ਲੜੀ ਹੈ ਜੋ ਇੱਥੇ ਜਾਰੀ ਕੀਤੀ ਗਈ। ਪ੍ਰਗਟ ਤੌਰ 'ਤੇ ਤਾਂ ਕਾਰਨ ਇਹ ਸੀ ਕਿ ਬਾਬਾ ਜੀ ਦਾ ਆਪਣਾ ਸਰੀਰ ਢਿੱਲਾ ਦੱਸਣ ਲੱਗੇ। 2 ਵੇਲੇ ਡਾਕਟਰ ਦੁਨੀ ਚੰਦ ਮਗਿਆਣੇ ਤੋਂ ਕਾਰ ਜਾਂ ਟਾਂਗੇ ਵਿੱਚ ਆਉਂਦਾ ਰਿਹਾ। 8 ਦਿਨਾਂ ਪਿੱਛੋਂ ਬਾਬਾ ਜੀ ਫੁਰਮਾਨ ਲੱਗੇ, ਕੁਝ ਕਰਦੇ ਨਹੀਂ, ਇਹਨਾਂ ਗੋਲੀਆਂ ਨੇ ਕੀ ਬਣਾਉਣਾ ਹੈ, ਜੋ ਹੁਕਮ ਕਰੋ। ਮੁਖੀ ਸੰਗੀਆਂ ਨੇ ਕਿਹਾ, ਚੰਗਾ ਫਿਰ ਸੰਪਟ ਪਾਠ ਰਖਾਓ। ਇਸ ਪਰ ਪਾਠ ਰਖਾਇਆ ਗਿਆ। ਰਖਾਉਣ ਦਾ ਇੱਕ ਬਹਾਨਾ ਸੀ, ਕਿਉਂਕਿ ਵਿੱਚੋਂ ਇਹ ਵੀ ਕਹਿ ਦੇਣਾ ਸਾਨੂੰ ਬਿਮਾਰੀ ਕੋਈ ਨਹੀਂ, ਇਹ ਤੁਹਾਡੀਆਂ ਬਿਮਾਰੀਆਂ ਹਨ। ਇਹ ਵੀ ਦੱਸਿਆ ਜਾਂਦਾ ਹੈ ਕਿ ਜਿੰਨਾ ਚਿਰ ਡਾਕਟਰ ਨੇ ਬੈਠੇ ਰਹਿਣਾ, ਤਕਲੀਫ ਜ਼ਾਹਰ ਕਰਨੀ, ਡਾਕਟਰ ਨੇ ਜਦ ਚਲੇ ਜਾਣਾ ਤਾਂ ਫਿਰ ਕੋਈ ਨਹੀਂ। ਇਹਨਾਂ ਦਿਨਾਂ ਵਿੱਚ ਬਾਬਾ ਈਸ਼ਰ ਸਿੰਘ ਹੋਰਾਂ ਨੇ ਸੇਵਾ ਦੀ ਹੱਦ ਕਰ ਦਿੱਤੀ। ਭੋਰੇ ਦੀ ਪੌੜੀ ਅੱਗੇ ਹੀ ਹਰ ਵੇਲੇ ਬੈਠੇ ਰਹਿਣਾ, ਰਤਾ ਵੀ ਆਰਾਮ ਨਾ ਕਰਨਾ, ਕਿਉਂਕਿ ਬਾਬਾ ਜੀ ਆਵਾਜ਼ ਤਾਂ ਦਿੰਦੇ ਹੀ ਨਹੀਂ ਸਨ। ਸੇਵਾਦਾਰ ਨੂੰ ਬੁਲਾਉਣ ਲਈ ਇੱਕ ਟਾਂਗੇ ਵਾਲੀ ਟੱਲੀ ਬਣਵਾ ਕੇ ਰੱਖੀ ਹੋਈ ਸੀ, ਲੋੜ ਪੈਣ 'ਤੇ ਉਸ 'ਤੇ ਹੱਥ ਮਾਰਨਾ। ਖੈਰ, ਪਾਠ 7ਵੇਂ ਦਿਨ ਜਦ ਭੋਗ ਪੈਣਾ ਸੀ ਤਾਂ ਸਰਦਾਰ ਜਸਵੰਤ ਸਿੰਘ ਪਾਠੀਆਂ ਲਈ ਕੱਪੜੇ ਬਣਵਾ ਲਿਆਇਆ। ਹਰੇਕ ਪਾਠੀ ਦੇ ਕੱਪੜਿਆਂ ਉੱਤੇ 100 ਦਾ ਨੋਟ ਰੱਖ ਦਿੱਤਾ ਤੇ ਬਾਬਾ ਜੀ ਨੇ ਸਭ ਪਾਠੀਆਂ ਨੂੰ ਇਕੱਠਾ ਕਰਕੇ ਸਰਦਾਰ ਜਸਵੰਤ ਸਿੰਘ ਤੋਂ ਇਹ ਅਖਵਾਇਆ, ਤੁਹਾਡੀ ਸੇਵਾ ਤਾਂ ਹੋ ਨਹੀਂ ਸਕਦੀ, ਪਰ ਲੂਣ ਪਾਣੀ ਲਈ ਇਹ ਭੇਟਾ ਹੈ, ਕਿਰਪਾ ਕਰਕੇ ਚੁੱਕ ਲਵੋ। ਭਾਈ ਸ਼ਾਮ ਸਿੰਘ ਪਾਠੀਆਂ ਦਾ ਮੋਹਰੀ ਸੀ। ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਅਸੀਂ ਤਾਂ ਮੰਨਤਾਂ ਮੰਨਦੇ ਰਹੇ ਹਾਂ ਕਿ ਕਿਵੇਂ ਸਾਡੇ ਕੋਲੋਂ ਪਾਠਾਂ ਦੀ ਸੇਵਾ ਲਈ ਜਾਵੇ, ਅਸਾਂ ਕੋਈ ਭੇਟਾ ਨਹੀਂ ਲੈਣੀ ਹੈ। ਇਸ ਪਰ ਬਾਬਾ ਜੀ ਨੇ ਸਰਦਾਰ ਜਸਵੰਤ ਸਿੰਘ ਨੂੰ ਇਸ਼ਾਰਾ ਕੀਤਾ ਕਿ ਨੋਟ ਚੁੱਕ ਲਵੋ, ਪਰ ਬਸਤਰ ਦੇ ਦੇਵੋ। ਅੱਗੋਂ ਬਸਤਰ ਵੀ ਕਿਸੇ ਪਾਠੀ ਨੇ ਨਾ ਲਏ, ਕੇਵਲ ਮਿਸ਼ਰੀ ਤੇ ਬਦਾਮਾਂ ਦਾ ਪ੍ਰਸ਼ਾਦ ਹੀ ਲਿਆ। ਕੁਝ ਚਿਰ ਪਿੱਛੋਂ ਬਾਬਾ ਜੀ ਨੇ ਸਰੀਰ ਹੋਰ ਢਿੱਲਾ ਕਰ ਦਿੱਤਾ ਤੇ ਪਾਠੀਆਂ ਨੂੰ ਸੱਦ ਕੇ ਬਚਨ ਕੀਤਾ, ਪਾਠ ਤਾਂ ਹੋਰ ਰੱਖਣਾ ਹੈ, ਪਰ ਕੀ ਤੁਸੀਂ ਰੱਖ ਸਕਦੇ ਹੋ? ਨਾਲ ਸ਼ਰਤ ਇਹ ਹੈ ਕਿ ਸਰਦਾਰਾਂ ਦੇ ਲੰਗਰ, ਦੁੱਧ, ਘਿਓ ਆਦਿ ਤੋਂ ਵੀ ਆਸ ਨਾ ਰੱਖੀ ਜਾਏ, ਸਭ ਕੁਝ ਆਪਣਾ ਲਿਆਂਦਾ ਜਾਵੇ।
ਦੇਗ ਵੀ ਆਪਣੀ ਹੋਵੇ, ਜੇ ਮਨਜ਼ੂਰ ਹੈ ਤਾਂ ਪਾਠ ਰੱਖਦੇ ਹਾਂ। ਸਾਨੂੰ ਮਨਜ਼ੂਰ ਹੈ, ਸਭ ਨੇ ਇੱਕ ਆਵਾਜ਼ ਨਾਲ ਕਿਹਾ। ਭਾਈ ਰਾਮ ਸਿੰਘ ਜੀ ਅਨੁਸਾਰ ਅਸਾਂ ਇੱਕ ਹੱਟੀ ਤੋਂ ਆਪਣਾ ਹਿਸਾਬ ਖੋਲ੍ਹ ਦਿੱਤਾ। 2-2 ਪ੍ਰਸ਼ਾਦੇ ਛਕਣੇ, 1-2 ਘੰਟੇ ਦੀ ਰੌਲ ਹੁੰਦੀ, 3 ਘੰਟਿਆਂ ਪਿੱਛੋਂ ਵਾਰੀ ਆ ਜਾਣੀ। ਆਰਾਮ 2.5 ਘੰਟਿਆਂ ਤੋਂ ਵੱਧ ਮਿਲਦਾ ਨਾ। ਇੱਕ ਦਿਨ ਸਰਦਾਰ ਜੀ ਡਿਊਟੀ ਚੌਰ 'ਤੇ ਲਾਈ ਗਈ। ਇਹ ਪਾਠ ਅੱਸੂ ਤੋਂ ਲੈ ਕੇ ਫੱਗਣ ਤੱਕ ਲਗਭਗ 6 ਮਹੀਨੇ ਹੁੰਦੇ ਰਹੇ ਤੇ ਚੇਤ ਵਿੱਚ ਜਾ ਕੇ ਇਹਨਾਂ ਦੇ ਭੋਗ ਪਏ। ਜਦ ਪਾਠਾਂ ਦੀ ਸਮਾਪਤੀ ਹੋਈ ਤਾਂ ਸਾਰੇ ਪਾਠੀਆਂ ਨੂੰ ਇੱਕ ਲਾਈਨ ਵਿੱਚ ਖੜਾ ਕੀਤਾ। ਸਰਦਾਰ ਹੀਰਾ ਸਿੰਘ ਤੇ ਸਰਦਾਰ ਹਰਚਰਨ ਸਿੰਘ ਪਟਿਆਲੇ ਵਾਲੇ ਉੱਥੇ ਮੌਜੂਦ ਸਨ। ਉਹਨਾਂ ਨੂੰ ਬਾਬਾ ਜੀ ਨੇ ਫਰਮਾਇਆ ਕਿ ਇਤਨੇ ਪਾਠ ਹੋਏ ਹਨ, ਹਿਸਾਬ ਲਓ ਕਿ ਪਾਠੀਆਂ ਦੀ ਕਿਤਨੀ ਭੇਟਾ ਬਣਦੀ ਹੈ। ਉਹਨਾਂ 13,000 ਦਾ ਅਨੁਮਾਨ ਲਗਾਇਆ। ਬਾਬਾ ਜੀ ਨੇ ਬਾਬਾ ਈਸ਼ਰ ਸਿੰਘ ਜੀ ਨੂੰ ਕਿਹਾ ਕਿ ਜਿਤਨੇ ਬਸਤਰ ਨਵੇਂ ਅੰਦਰ ਪਏ ਹੋਏ ਹਨ ਉਹ ਲਿਆਂਦੇ ਜਾਣ। ਸਾਰੇ ਬਸਤਰਾਂ ਦਾ ਇੱਕ ਢੇਰ ਲਾ ਦਿੱਤਾ ਗਿਆ। ਬਾਬਾ ਜੀ ਨੇ ਸਰਦਾਰਾਂ ਨੂੰ ਕਿਹਾ ਕਿ ਭੇਟਾਂ ਦੇ ਨਗਦ ਰੁਪਏ ਉੱਤੇ ਰੱਖ ਦੇਣ। ਇਸ ਪਰ ਬਾਬਾ ਜੀ ਨੇ ਪਾਠੀਆਂ ਨੂੰ ਕਿਹਾ ਕਿ ਚੁੱਕ ਲਵੋ ਸਾਰੀ ਮਾਇਆ ਤੇ ਬਸਤਰ। ਪਾਠੀਆਂ ਨੇ ਹੱਥ ਜੋੜ ਕੇ ਤੇ ਰੋ ਕੇ ਬੇਨਤੀ ਕੀਤੀ ਕਿ ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਨਹੀਂ ਹੈ, ਸਾਡੀ ਸੇਵਾ ਬੇਸ਼ੱਕ ਜਮ੍ਹਾਂ ਰੱਖੀ ਜਾਵੇ, ਇਸ ਦਾ ਜੋ ਵੀ ਫਲ ਹੈ ਉਹ ਦਰਗਾਹ ਵਿੱਚ ਦੇਣਾ ਹੈ। ਬਾਬਾ ਜੀ ਨੇ ਕਈ ਵਾਰੀ ਜ਼ੋਰ ਦਿੱਤਾ ਕਿ ਇਹ ਮਾਇਆ ਤੇ ਬਸਤਰ ਲੈਣੇ ਪੈਣੇ ਹਨ। ਹੁਣ ਵੀ ਪਾਠੀਆਂ ਦਾ ਜਥੇਦਾਰ ਭਾਈ ਸ਼ਾਮ ਸਿੰਘ ਸੀ। ਉਸਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਵਾਰੀ ਆਪਣੇ ਮੁਖਾਰਬਿੰਦ ਤੋਂ ਇਹ ਫਰਮਾ ਦਿਓ, ਸਿੱਖੋ ਨਦਰੀ ਨਦਰ ਨਿਹਾਲ, ਤਾਂ ਸਾਡੀਆਂ ਝੋਲੀਆਂ ਭਰੀਆਂ ਜਾਣਗੀਆਂ। ਇਹ ਮੰਗ ਸੁਣ ਕੇ ਬਾਬਾ ਜੀ ਬੜੇ ਹੀ ਪ੍ਰਸੰਨ ਹੋਏ। ਸਭ ਨੂੰ ਸ਼ਾਬਾਸ਼ ਦਿੱਤੀ ਤੇ ਫਰਮਾਇਆ ਕਿ ਇਹੋ ਜਿਹੇ ਹੀ ਪਾਠੀ ਚਾਹੀਦੇ ਹਨ ਜਿਨ੍ਹਾਂ ਨੂੰ ਲਾਲਚ ਨਾ ਹੋਵੇ। ਫੇਰ ਫੁੱਲਾਂ ਦੇ ਹਾਰ ਮੰਗਵਾ ਕੇ ਆਪਣੇ ਕਰ ਕਮਲਾਂ ਨਾਲ ਸਾਰੇ ਪਾਠੀਆਂ ਦੇ ਗਲਾਂ ਵਿੱਚ ਪਾਏ। ਮਾਇਆ ਸਰਦਾਰਾਂ ਨੂੰ ਵਾਪਸ ਕਰ ਦਿੱਤੀ। ਬਾਬਾ ਜੀ ਦਾ ਇਸ ਤਰ੍ਹਾਂ ਦਾ ਜਲਾਲ ਸੀ ਤੇ ਉਸ ਵਕਤ ਦਾ ਇਵੇਂ ਨਜ਼ਾਰਾ ਸੀ ਜਿਵੇਂ ਕਿ ਦਸ਼ਮੇਸ਼ ਜੀ ਦਾ 5 ਪਿਆਰੇ ਪ੍ਰਗਟ ਕਰਨ ਸਮੇਂ ਹੂਬਹੂ ਦਸ਼ਮੇਸ਼ ਜੀ ਲੱਗਦੇ ਸਨ। ਜਿੰਨੀ ਦਿਨੀ ਇਹ ਪਾਠ ਹੋ ਰਹੇ ਸਨ, ਬਾਬਾ ਜੀ ਨੇ ਪਾਠੀਆਂ ਤੇ ਸੇਵਾਦਾਰਾਂ ਨੂੰ ਫਰਮਾਇਆ ਕਿ ਕਿਸੇ ਨੂੰ ਰਾਤੀ ਕੋਈ ਦ੍ਰਿਸ਼ ਨਜ਼ਰ ਆਵੇ ਸੁਪਨੇ ਵਿੱਚ ਤਾਂ ਉਹ ਸਾਨੂੰ ਦੱਸੇ। ਭਾਈ ਰਾਜ ਸਿੰਘ ਜੋ ਪਾਠੀਆਂ ਵਿੱਚ ਸਨ ਨੇ ਅੰਮ੍ਰਿਤ ਵੇਲੇ 4 ਵਜੇ ਇਹ ਦ੍ਰਿਸ਼ ਦੇਖਿਆ ਕਿ ਬਹੁਤ ਬੜਾ ਪ੍ਰਕਾਸ਼ ਆਕਾਸ਼ ਤੋਂ ਉਤਰਿਆ ਹੈ। ਫਿਰ ਦੇਖਿਆ ਕਿ ਦੀਵਾਨ ਵਿਚਲੇ ਉੱਚੇ ਥੜੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਖੜੇ ਹਨ ਤੇ ਉਹਨਾਂ ਦੇ ਖੱਬੇ ਪਾਸੇ ਬਾਬਾ ਜੀ ਕੁਝ ਵਿੱਥ ਤੇ ਹਨ ਤੇ ਗੁਰੂ ਸਾਹਿਬ ਮੇਰੀ ਬਾਂਹ ਨੂੰ ਫੜ ਕੇ ਬਾਬਾ ਜੀ ਨੂੰ ਫੜਾਉਂਦਿਆਂ ਹੋਇਆਂ ਫਰਮਾਇਆ ਕਿ ਲੋ, ਇਹ ਸੰਗਤ ਦੀ ਬਾਂਹ ਤੁਹਾਡੇ ਹੱਥ ਜੇ। ਇਸ ਪਰ ਹੇਠਾਂ ਖੜੋਤੀ ਸੰਗਤ ਨੇ ਦੂਰੋਂ ਹੀ ਮੱਥਾ ਟੇਕਿਆ। ਇਤਨੇ ਤੇ ਸੁਪਨਾ ਖਤਮ ਹੋ ਗਿਆ। ਹੁਕਮ ਅਨੁਸਾਰ ਇਹ ਦ੍ਰਿਸ਼ ਬਾਬਾ ਜੀ ਨੂੰ ਦੱਸਿਆ ਗਿਆ। ਤਕਲੀਫ ਹੋਣ ਕਰਕੇ ਉਨੀ ਦਿਨੀ ਬਾਬਾ ਜੀ ਭੋਰੇ ਵਿੱਚ ਹੀ ਰਹਿੰਦੇ ਸਨ। ਦੀਵਾਨ ਵਿੱਚ ਵੀ ਥੋੜੇ ਚਿਰ ਲਈ ਆਉਂਦੇ ਸਨ। ਇਹਨਾਂ ਪਾਠਾਂ ਦੇ ਕਰਾਉਣ ਦਾ ਅਸਲ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਇਹਨਾਂ ਮਹੀਨਿਆਂ ਵਿੱਚ ਸ਼ਹੀਦਗੰਜ ਦਾ ਮਾਮਲਾ ਫੈਸਲੇ ਗੋਚਰ ਸੀ ਤੇ ਪੰਜਾਬ ਮੁਸਲਮਾਨ ਕਈ ਤਰ੍ਹਾਂ ਦੀਆਂ ਆਸਾਂ ਲਾਈ ਬੈਠੇ ਸਨ। ਬੜੇ ਜੋਸ਼ ਵਿੱਚ ਵੀ ਸਨ। ਝੰਗ ਮਗਿਆਣੇ ਦੇ ਪਾਸੇ 80% ਦੀ ਆਬਾਦੀ ਮੁਸਲਮਾਨਾਂ ਦੀ ਹੀ ਸੀ ਤੇ ਉਸ ਪਾਸੇ ਦੇ ਹਿੰਦੂ ਸਿੱਖ ਬੜੇ ਚਿੰਤਾਤੁਰ ਸਨ। ਕਈ ਸੰਗੀ ਬਾਬਾ ਜੀ ਤੋਂ ਪੁੱਛਦੇ ਸਨ ਕਿ ਹੁਣ ਕੀ ਬਣੇਗਾ। ਬਾਬਾ ਜੀ ਨੇ ਕਹਿਣਾ ਕਿ ਨਾਮ ਦੀ ਓਟ ਲਵੋ, ਪਰ ਵਿਧੀ ਨਾਲ ਇਹ ਵੀ ਫਰਮਾਇਆ ਕਿ ਜਿਹੜੀ ਤਕਲੀਫ ਤੁਹਾਡੇ ਇਲਾਕੇ ਤੇ ਆਉਣੀ ਸੀ ਉਹ ਅਸਾਂ ਆਪਣੇ ਸਰੀਰ ਤੇ ਭੋਗ ਲਈ ਹੈ। ਇਸ ਆਪਦਾ ਨੂੰ ਟਾਲਣ ਲਈ ਇਸ ਤਰ੍ਹਾਂ ਬਾਬਾ ਜੀ ਨੇ ਆਪਣੇ ਸਰੀਰ ਤੇ ਕਸ਼ਟ ਲਿਆ ਤੇ ਕੁਝ ਅਖੰਡ ਪਾਠ ਕਰਾ ਕੇ ਜਨਤਾ ਦੇ ਪੁੰਨ ਵਧਾਏ। ਹਾਈ ਕੋਰਟ ਦੇ ਫੈਸਲੇ ਤੋਂ ਕੁਝ ਦਿਨਾਂ ਪਹਿਲਾਂ ਹੀ ਬਾਬਾ ਜੀ ਨੇ ਸੰਗਤ ਨੂੰ ਤਸੱਲੀ ਕਰਾਈ ਕਿ ਕੋਈ ਫਿਕਰ ਦੀ ਗੱਲ ਨਹੀਂ, ਫੈਸਲਾ ਸਾਡੇ ਹੱਕ ਵਿੱਚ ਹੋਵੇਗਾ।
ਇਹ ਫੈਸਲਾ ਜਿਵੇਂ ਕਿ ਅੱਗੇ ਦੱਸਿਆ ਗਿਆ ਹੈ 26 ਜਨਵਰੀ ਸਨ 1938 ਨੂੰ ਹਾਈ ਕੋਰਟ ਤੋਂ ਸਿੱਖਾਂ ਦੇ ਹੱਕ ਵਿੱਚ ਹੋਇਆ। ਇਹਨਾਂ ਸਰਦੀਆਂ ਵਿੱਚ ਹੋਈ ਇੱਕ ਘਟਨਾ ਦਾ ਜ਼ਿਕਰ ਅੱਗੇ ਆ ਚੁੱਕਿਆ ਹੈ। ਐਤਕੀ ਫਿਰ ਅੰਮ੍ਰਿਤ ਪ੍ਰਚਾਰ ਵੀ ਹੋਇਆ, ਜਿਸ ਵਿੱਚ ਹੋਰਨਾਂ ਪ੍ਰਾਣੀਆਂ ਤੋਂ ਛੁੱਟ ਨਿਰਵਾਨ ਸੰਤ ਲਛਮਣ ਦਾਸ ਵੀ ਜਹਾਜ਼ੇ ਚੜ੍ਹ ਸਿੰਘ ਸੱਜ ਭਾਈ ਗੁਰਮੁਖ ਸਿੰਘ ਬਣ ਗਏ। ਇਹਨਾਂ ਦੀ ਹੱਡ ਬੀਤੀ ਅੱਗੇ ਪੜੀ ਜਾਏਗੀ। ਬਾਬਾ ਜੀ ਹਾਲੇ ਬਾਗਾਂ ਦੇ ਠਾਠ ਤੇ ਹੀ ਬਿਰਾਜ ਰਹੇ ਸਨ ਕਿ ਇੱਕ ਹੋਰ ਪਾਸਿਓਂ ਸੱਦੇ ਆਉਣ ਲੱਗ ਪਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।